ਜਿਨੀ ਤੁਧਨੋ ਧਨ ਕਇਆ ਤਿਨ ਜਮ ਨੇੜ ਨ ਆਇਆ। ਜਿਨੀ ਤੁਧਨੋ ਧਨ ਕਇਆ ਤਿਨ ਜਮ ਨੇੜ ਨ ਆਇਆ। ਸਾਧ ਸੰਗਤ ਜੀ, ਗੁਰਬਾਣੀ ਅਨੁਸਾਰ, ਸਤਿਗੁਰੂ ਜੀ ਦੇ ਹੁਕਮ ਅਨੁਸਾਰ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਧਨ ਕਿਹਾ, ਉਹਨਾਂ ਨੂੰ ਕੋਈ ਸੰਸਾਰਿਕ ਇਸ ਲੋਕ ਦਾ ਅਗਲੇ ਲੋਕ ਦਾ ਕੋਈ ਕਸ਼ਟ ਨਹੀਂ ਆਵੇਗਾ। ਪਰ ਜੇ ਤੁਸੀਂ ਪੂਰਾ ਧਿਆਨ ਧਰ ਕੇ ਆਖੋਗੇ ਤਾਂ ਧਿਆਨ ਲਾਉਣਾ ਹੀ ਤੇ ਬਹੁਤ ਔਖੀ ਗੱਲ ਹੈ। ਇੱਕ ਨਿਮਖ ਮੈਂ 4 ਕੁੰਟ ਫੇਰਿਆ ਵੈ, ਭਾਵ ਇੰਨਾ ਜਿੰਨਾ ਕੁ ਅੱਖ ਝਮਕਣ ਦਾ ਸਮਾਂ ਲੱਗਦਾ ਹੈ, ਉਹਨਾਂ ਕੁ ਸਮਾਂ ਵੀ ਸਾਡਾ ਮਨ ਨਹੀਂ ਟਿਕਦਾ, ਸਾਰੇ ਸੰਸਾਰ ਦੇ ਗੇੜੇ ਕੱਢ ਆਉਂਦਾ। ਸੋ ਇਸ ਕਰਕੇ ਆਪਾਂ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰੀਏ, ਜਿਹਦੇ ਵਾਸਤੇ ਸੱਚੇ ਪਾਤਸ਼ਾਹ ਨੇ ਲਿਖਿਆ ਕਿ ਧਿਆਨ ਕੀ ਵਿਭੂਤ, ਭਾਵ ਧਿਆਨ ਟਿਕਾਉਣ ਤੋਂ ਹੈ ਕਿ ਜਿਹੜੇ ਵਿਭੂਤੀ ਮਲਦੇ ਨੇ ਸਰੀਰ ਤੇ, ਉਹਨਾਂ ਨੂੰ ਵੀ ਬਚਨ ਕੀਤਾ ਕਿ ਧਿਆਨ ਲਾਓ। ਸੋ ਆਪਾਂ ਪੂਰਾ ਧਿਆਨ ਧਰ ਕੇ ਤੇ ਆਪਾਂ ਸਾਰੇ ਹੀ ਆਖੀਏ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ। ਸਾਧ ਸੰਗਤ ਜੀ, 10ਵਾਂ ਨਾਨਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ, ਆਪ ਪ੍ਰਭੂ ਰੂਪ, ਉਹਨਾਂ ਨੇ ਸੰਸਾਰ ਤੇ ਅਵਤਾਰ ਧਾਰਿਆ। ਕਾਹਦੇ ਵਾਸਤੇ? ਧਰਮ ਚਲਾਵਨ ਸੰਤੇ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦੀ ਜੜ ਪੁੱਟਣ ਵਾਸਤੇ, ਤੇ ਦੁਸ਼ਟਾਂ ਦੀ ਜੜ ਪੁੱਟਣ ਵਾਸਤੇ ਉਹਨਾਂ ਨੇ ਕਿਰਪਾ ਕਰਕੇ ਸਾਨੂੰ ਅੰਮ੍ਰਿਤਧਾਰੀ ਖਾਲਸਾ ਪੰਥ ਵੀ ਬਣਾਇਆ। ਉਹਨਾਂ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਬਹੁਤ ਬਾਣੀ ਰਚੀ ਅਤੇ ਰਚਵਾਈ ਵੀ, ਜਿਹਦੇ ਵਿੱਚੋਂ ਸਾਡੇ ਕੋਲ ਬਹੁਤ ਥੋੜੀ ਜਿਹੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬਚੀ ਹੈ, ਅਤੇ ਕੁਝ ਹੋਰ ਗ੍ਰੰਥ ਵੀ ਨੇ, ਗੋਬਿੰਦ ਗੀਤਾ, ਸਰਬਲੋਕ ਗ੍ਰੰਥ ਆਦਿ ਆਦਿ। ਇਹਦੇ ਵਿੱਚ ਅਤੀ ਮਨੋਹਰ ਕਵਿਤਾ, ਅਤੀ ਮਨੋਹਰ ਰਚਨਾ ਹੈ, ਬੜੀ ਸਿੱਖਿਆਦਾਇਕ ਵੀ ਹੈ ਅਤੇ ਸਾਹਿਤਕ ਰੂਪ ਦੇ ਵਿੱਚ ਵੀ ਹੈ। ਇਹਦੇ ਵਿੱਚੋਂ ਆਪਣੇ ਨਿਤਨੇਮ ਵਿੱਚ ਜਿਵੇਂ ਜਪਜੀ ਸਾਹਿਬ ਹੈ, ਇਸੇ ਹੀ ਤਰ੍ਹਾਂ ਜਾਪ ਸਾਹਿਬ ਵੀ ਹੈ, ਅਤੇ ਜਾਪ ਸਾਹਿਬ ਦੇ ਸ਼ਬਦ ਹਜ਼ਾਰੇ ਜਾਂ ਦਸਮ ਦੇ ਸ਼ਬਦ ਹਜ਼ਾਰੇ ਵੀ ਹੈਗੇ। ਸੋ ਆਪਾਂ 10ਵੇਂ ਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਵੀ ਪੜ੍ਹਿਆ ਕਰੀਏ। ਜਪਜੀ ਸਾਹਿਬ ਤਾਂ ਬਹੁਤ ਸਾਰੇ ਸਿੱਖ ਸੱਜਣ ਪੜ੍ਹਦੇ ਨੇ, ਕੋਈ ਸਾਰਾ ਪੜ੍ਹਦੇ ਨੇ, ਨਹੀਂ ਤਾਂ 5 ਪੌੜੀਆਂ ਬਹੁਤੇ ਸਰੀਰ ਪੜ੍ਹਦੇ ਨੇ, ਪਰ 10ਵੇਂ ਪਾਤਸ਼ਾਹ ਦੀ ਬਾਣੀ ਵੀ ਆਪਾਂ ਨੂੰ ਪੜ੍ਹਨੀ ਚਾਹੀਦੀ ਹੈ। 10ਵੇਂ ਪਾਤਸ਼ਾਹ ਜੀ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰੀ ਹੋਈ ਬਾਣੀ ਦੀ ਬਹੁਤ ਥਾਵਾਂ ਤੇ ਪ੍ਰੋੜਤਾ ਕੀਤੀ ਹੈ। ਜਿਵੇਂ ਸੱਚੇ ਪਾਤਸ਼ਾਹ ਪਹਿਲੀ ਪਾਤਸ਼ਾਹੀ ਜਪਜੀ ਸਾਹਿਬ ਦੇ ਵਿੱਚ ਬਚਨ ਕਰਦੇ ਨੇ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਹਾਰੀ, ਜੁਗਤ ਡੰਡਾ ਪਰਤੀ, ਤੇ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦਿ ਅਨੀਲ ਅਨਾਦ ਅਨਾਹਤ, ਯੁਗ ਯੁਗ ਏਕਾ ਵੇਸ਼। ਸੋ ਸੱਚੇ ਪਾਤਸ਼ਾਹ ਬਚਨ ਕਰਦੇ ਨੇ, 10ਵੇਂ ਪਾਤਸ਼ਾਹ ਬਚਨ ਕਰਦੇ ਨੇ, ਰੇ ਮਨ ਇਹ ਵਿਦ ਜੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ, ਧਿਆਨ ਵਿਭੂਤ ਚੜਾਓ। ਇਹ ਉਸੇ ਗੱਲ ਨਾਲ ਹੀ ਗੱਲ ਸਾਰੀ ਰਲ ਗਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ। ਉਹ ਵੀ ਜੋਗੀਆਂ ਵਾਸਤੇ ਉਪਦੇਸ਼ ਹੈ, ਇਹ ਵੀ ਜੋਗੀਆਂ ਵਾਸਤੇ ਉਪਦੇਸ਼ ਹੈ। ਰੇ ਮਨ ਇਹ ਵਿਦ ਜੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ, ਧਿਆਨ ਵਿਭੂਤ ਚੜਾਓ। ਰਹਾਓ ਤਾਤੀ ਗਉ ਆਤਮ ਬਸ ਕਰ ਕੀ ਪਿੱਛਾ ਨਾਮ ਆਧਾਰਨ, ਬਾਜੈ ਪਰਮ ਤਾਰ ਤਤ ਉਪਜੈ ਰਾਗ ਰਸਾਰਨ, ਉਗਟੈ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਧਾਨ, ਚੱਕ ਚੱਕ ਰਹੈ ਦੇਵ ਦਾਨਵ ਮੁਨ, ਛਕ ਛਕ ਵਿਉਮ ਵਿਵਾਨ, ਆਤਮ ਉਪਦੇਸ਼ ਭੇਸ ਸੰਜਮ ਕੋ। ਉੱਥੇ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਮਨ ਜੀਤੈ ਜਗਜੀਤ। ਇੱਥੇ ਸੱਚੇ ਪਾਤਸ਼ਾਹ ਬਚਨ ਕਰਦੇ ਨੇ 10ਵੇਂ ਰੂਪ ਚ,
आत्म उपदेश भेष संजम को, जाप सो जपा जापे, सदा रह कंचन सी काया, काल न कब हूँ व्यापे। तो साध संगत जी, ऐसी गुरबाणी ਨੂੰ ਪੜ੍ਹ ਕੇ ਆਪਾਂ ਨੂੰ ਮੰਨਣ ਦੀ ਲੋੜ ਹੈ, ਉਹਦੇ ਤੇ ਅਮਲ ਕਰਕੇ ਆਪਾਂ ਨੂੰ ਵੀ ਆਪਣਾ ਜੀਵਨ ਉੱਚਾ ਕਰਨ ਦੀ ਲੋੜ ਹੈ। ਇਸ ਦਾ ਭਾਵ ਇਹ ਹੈ, ਇਸ ਸ਼ਬਦ ਦਾ ਜਿਹੜਾ ਜਪਜੀ ਸਾਹਿਬ ਵਿੱਚ ਜਾਂ ਦਸਵੇਂ ਪਾਤਸ਼ਾਹ ਦੇ ਸ਼ਬਦ ਹਜ਼ਾਰਿਆਂ ਦੇ ਵਿੱਚ ਲਿਖਿਆ ਹੋਇਆ, ਇਹਦਾ ਭਾਵ ਹੈ ਕਿ ਤੂੰ ਬਾਹਰਲੇ ਨਿਰਾਰਥਕ ਕਰਮ ਛੱਡ ਅਤੇ ਅੰਦਰਲੇ ਕਰਮ, सार्थक कर्म करने शुरू कर, अपना जीवन उच्चा कर। आत्म उपदेश भेष संजम को, अपने आप ਨੂੰ उपदेश दे, मेरे वांगू दूजियां ਨੂੰ ना कर। अपनी बंदे दिल खोज हर रोज, अपने अपना आत्म विश्लेषण करके कि मेरे विच की गलतियां ने ते ਉਹ मैं सुधारनियां ने। आत्म उपदेश भेष संजम को, संजम दा भेख बना। आ नहीं काला नीला चिट्टा जां भगवे बस्तर नहीं, संजम दा भेष बना। संजम की होया? शुभ कर्म, जिहदे नाल साडा जीवन सुखी चलदा। क्योंकि जिन्ना चिर असीं संजम विच नहीं रहिंदे, उन्ना चिर साडा शरीर जां मन जां तन दोवें चीज़ां अरोग नहीं रह सकदे। उन्हां नूं अरोग रखण वास्ते संजम विच रहना अत्यंत जरूरी है। जिहड़ा सच्चे पातशाह दा बचन है ना, कर इस्नान सिमर प्रभ अपना, मन तन भए अरोगा। प्रभु नूं सिमरन करन दा मतलब, हुण सिमरन दे विच सारा कुछ ही आ जाना है। सिमरन दे विच ही संजम भी आउणा है, क्योंकि सिमरन दे विच कथा सुननी भी आना है। तो जदों आप संत जी तो कथा सुनांगे तो संत जी दसणगे कि भाई संजम च रहना, आपे संजम उहदे विच ही आ गया ना। सो इस करके ऐसियां तुकां नूं अपने जीवन दे विच ढालण दी लोड़ है, अपना जीवन सुखी करन दी लोड़ है। इत्थे जे तुसीं ध्यान नाल विचार के वेखो, आपां काहदे वास्ते होने? तड़के उठ के एडी वधिया गूढ़ी नींद खराब करके आपां इत्थे क्यों आउणे? इस वास्ते कि सानू सुख मिले। वो सुख दे अगों कई रूप ने, इस संसार च भी मिले, अगले संसार च भी मिले। इस लोक दा सुख, अगले लोक दा सुख। इत्थे मेरियां सारियां मनोकामनावां पूरीआं होण, दरगाह दे विच जिहड़ा उत्थे भी मनोकामनावां पूरीआं होण, उत्थे आओ बैस आदर सब देओ, सत्कार सहित आसन विछा के सानू बहाया जाए, इस वास्ते आने ना। और मेरा जन्म मरण का चक्कर कट्टिया जाए, इस वास्ते आपां नाम जपते हाँ, गुरु धारण इस वास्ते कीता। सो इहो ही गल है कि क्योंकि मनुख की मुढ़ली लोड़ है कि मैनू सुख सहूलत मिलनी चाहिए है, वो मेरी सुख सहूलत दे विच अगों बाकी सारियां चीज़ां तां एक वक्खो वक्खरे ढंग ने। उन्हां ढंगां दे विच, उन्हां तरीकिਆਂ दे विच एक तरीका ये भी है जिहड़ा कि सर्वोत्तम है कि नाम जप, गुरु धारण कर ते शुभ कर्म कर। हर को नाम जप निर्मल कर्म, वो कर्म कर। तो इस करके साध संगत जी, आपां नूं गुरबाणी अनुसार जीवन जिउंदियां होयां तो संजम दा भेख धारण करना। भाव आपां अपने खाना पहनना, वो खर्चे विच हर चीज़ दे विच संजम नाल चलना है, विवेक बुद्धि बनाउणी है। विवेक बुद्धि दे वास्ते सच्चे पातशाह गुरबाणी च लिखदे ने, विवेक बुद्ध सब जग में निर्मल, बिचर बिचर रस पीजा। विवेक बुद्धि सब तो उत्तम है, इस करके विचार नाल रस पी, विचारवान बन। ये वचन है सतगुरु सच्चे पातशाह जी की रसना का। इस वचन को मानते हुए आपां भी भाई विचारवान बनीए, अपना जीवन उच्चा करिए। जीवन उच्चा हो करन दा मतलब है सुखी होइए। ते आपां सतगुरु सच्चे पातशाह नूं याद करते हुए
ਆਪਣੇ ਇੱਕ ਇੱਕ ਔਗਣ ਨੂੰ ਹਰ ਰੋਜ਼ ਦੂਰ ਕਰਨਾ ਸ਼ੁਰੂ ਕਰੇ। ਇੱਥੇ ਵੀ ਦੋ ਤਰ੍ਹਾਂ ਦੇ ਔਗਣਾਂ ਦੀ ਗਿਣਤੀ ਆਪਾਂ ਆਪਣੇ ਵਿੱਚ ਕਰ ਸਕਦੇ ਹਾਂ। ਇੱਕ ਤੇ ਹੁੰਦਾ ਕਿ ਉਹ ਜੀ ਮੇਰੇ ਤੇ ਜੀ ਬਹੁਤ ਗਲਤੀਆਂ ਨੇ, ਇਹ ਤੇ ਮੈਂ ਆਖ ਦੇਣਾ, ਨਿਮਰਤਾ ਵੀ ਹੈਗੀ ਹੈ, ਪਰ ਕੋਈ ਗਲਤੀ ਲੱਭ ਕੇ ਉਸ ਗਲਤੀ ਨੂੰ ਨਹੀਂ ਮੈਂ ਮੰਨਦਾ ਪਿਆ, ਵੈਸੇ ਮੈਂ ਕਹਿ ਦਿੰਦਾ। ਤੇ ਜੇ ਮੈਨੂੰ ਕੋਈ ਦੱਸੇ ਕਿ ਤੇਰੀ ਆ ਗਲਤੀ ਹੈ ਤੇ ਉਹ ਆਖਣਾ ਤੂੰ ਕੌਣ ਹੈ ਮੈਨੂੰ ਆਖਣ ਦਾ? ਨਹੀਂ, ਆਪਾਂ ਨੂੰ ਇੱਕ ਇੱਕ ਗਲਤੀ ਲੱਭ ਕੇ ਉਸ ਗਲਤੀ ਨੂੰ ਅਭਿਆਸ ਕਰਕੇ ਗੁਰੂ ਦਾ ਆਸਰਾ ਲੈ ਕੇ ਗੁਰੂ ਦੀ ਕਿਰਪਾ ਦੇ ਨਾਲ ਉਸ ਔਗਣ ਨੂੰ, ਉਸ ਗਲਤੀ ਨੂੰ ਛੱਡ ਕੇ ਗੁਣ ਗ੍ਰਹਿਣ ਕਰਨ ਦੀ ਲੋੜ। ਸਾਂਝ ਕਰੀਜੈ ਗੁਣਾ ਕੇਰੀ, ਛਾੜ ਅਵਗਣ ਚੱਲਣਾ। ਸੋ ਇਹ ਕਰੋ, ਸਤਿਗੁਰੂ ਜੀ ਕਿਰਪਾ ਕਰਨ। ਸਾਰੇ ਹੀ ਆਖੋ ਧੰਨ ਸਤਿਗੁਰੂ ਰਾਮ ਸਿੰਘ। ਸਤਿ ਸ੍ਰੀ ਅਕਾਲ।